पठानकोट से चंडीगढ़ के लिए पंजाब रोडवेज पठानकोट डिपो से वोल्वो बस सर्विस बंद होने से गर्मी के मौसम में यात्रा करने वाले यात्रियों को असुविधा हो रही है। चंडीगढ़ के लिए पठानकोट से कोई रेल सेवा भी यात्रियों को उपलब्ध नहीं है। पिछली सरकारों ने भी इस बाबत कोई ठोस कदम नहीं उठाए। पूर्व कैबिनेट मंत्री मास्टर मोहन लाल अपनी उपलब्धियों का बखान करते नजर आए, लेकिन पठानकोट में ट्रांसपोर्ट के लिए मंत्री रहते हुए उन्होंने क्या क्या काम किए ये पठानकोट की जनता बेहतर जानती है। उनके बाद की सरकारों ने भी पठानकोट की कोई खास सुध नहीं ली। पठानकोट को टूरिज्म हब के रूप में विकसित करने का सपना दिखाने वाली सरकारें यदि परिवहन सुचारू कर दें तो बड़ी मेहरबानी होगी। हाँ जी भैया, की नाम अपना? जी मेरा नाम वरिंदर है। रविंदर जी कितने ਦੇ ਰਹਿਣ ਵਾਲੇ ਜੀ? हाँ जी पठानकोट ਦੇ जी। ਤੇ ਕਿੱਥੇ ਜਾ ਰਹੇ? मैं चंडीगढ़। ਤੇ ਰਵਿੰਦਰ ਜੀ ਦੇਖਣ ਚ ਆਇਆ ਕਿ ਪਠਾਨਕੋਟ ਤੋਂ ਵੋਲਵੋ ਬੱਸ ਪੰਜਾਬ ਰੋਡਵੇਜ਼ ਦੀ ਕੋਈ ਵੀ ਨਹੀਂ ਹੈ। हाँ जी ਕੀ ਕਹਿੰਦੇ ਹੋ ਜੀ? ਜੀ ਇਹ ਸਰਕਾਰ ਨੂੰ ਬਿਲਕੁਲ ਕਰਨਾ ਚਾਹੀਦੀ ਜੀ। ਇਹ ਨੀਤੀ ਦੇਖੋ ਹੁਣ ਜਿੱਦਾਂ ਗਰਮੀ ਅੱਜ 50 ਡਿਗਰੀ ਟੈਂਪਰੇਚਰ ਹੋ ਗਿਆ ਘੱਟੋ ਘੱਟ ਇੱਥੇ। ਸਰਕਾਰੀ ਬੱਸਾਂ ਹੁਣ ਕਈ ਵਾਰੀ ਆ ਜਿਹੜੀ ਵੋਲਵੋ ਪ੍ਰਾਈਵੇਟ ਵਾਲੀਆਂ 600 650 ਲੈਂਦੀਆਂ। ਬੰਦਾ ਜੇ ਕੋਈ ਘੱਟ 'ਚ ਜਾਣਾ ਚਾਹੇ ਜਾਂ ਕੋਈ ਸਰਕਾਰੀ ਆਦਮੀ ਜਿਹਨੇ ਰੋਜ਼ ਜਾਣਾ ਆਉਣਾ ਉਹਦੇ ਲਈ ਤਾਂ ਬਹੁਤ ਜ਼ਰੂਰੀ ਹੋ ਗਈ ਹੈ ਜੀ ਹੁਣ ਏਸੀ ਵਾਲੀ ਬੱਸਾਂ ਵੋਲਵੋ ਵਾਲੀਆਂ ਸਰਕਾਰੀ ਆ। ਸਰਕਾਰ ਨੂੰ ਜਲਦੀ ਸ਼ੁਰੂ ਕਰਨੀ ਚਾਹੀਦੀ। ਤੇ ਪ੍ਰਾਈਵੇਟ ਵੋਲਵੋ ਬੱਸ ਉਹਦਾ ਕਿਰਾਇਆ 650 ਹਾਂਜੀ ਤੇ ਜਿਹੜੀ ਆਮ ਰੋਡਵੇਜ਼ ਉਹਦਾ 350 350 ਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਕਿ ਟ੍ਰੇਨ ਸਰਵਿਸ ਤੱਕ ਸ਼ੁਰੂ ਕੀਤੀ ਜਾਏ? हाँ जी जी ट्रेन सर्विस भी काफ़ी देर हो गया हूँ तो कोरोना काफ़ी घट हो गया अगे नालों। हूँ तो कोई बहाना भी नहीं लगा सकती सरकार की। हूँ चंडीगढ़ वाले पासे तो जरूर शुरू करनी चाहिए। मैं गुरनाम सिंह जी, जनरल ਸਕੱਤਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਤੁਸੀਂ ਇਸ ਮੁੱਦੇ ਤੇ ਇਹ ਪੁਆਇੰਟ ਚੁੱਕਿਆ ਔਰ ਮੈਨੂੰ ਇਹਦਾ ਮੌਕਾ ਦਿੱਤਾ ਇਸ ਮੁੱਦੇ ਤੇ ਗੱਲ ਕਰਨ ਦਾ। ਸਰ ਗੱਲ ਇਸ ਤਰ੍ਹਾਂ ਜੀ, ਦੇਖੋ ਪਠਾਨਕੋਟ ਇੱਕ ਐਸਾ ਸ਼ਹਿਰ ਹੈ ਇੰਡੀਆ ਦੇ ਵਿੱਚ ਜਿਹੜਾ ਮੇਰੇ ਖਿਆਲ ਦੇ ਵਿੱਚ ਤੁਸੀਂ ਅਗਰ ਪਹਿਲੇ ਤਾਂ ਪੰਜਾਬ ਦੀ ਗੱਲ ਕਰ ਲਈਏ, ਇੱਥੋਂ ਅੰਮ੍ਰਿਤਸਰ ਲਗਭਗ 100 ਕਿਲੋਮੀਟਰ ਹੈ, ਜਲੰਧਰ 100 ਕਿਲੋਮੀਟਰ ਹੈ, ਹੁਸ਼ਿਆਰਪੁਰ 100 ਕਿਲੋਮੀਟਰ ਹੈ। ਅਗਰ ਹਿਮਾਚਲ ਦੀ ਗੱਲ ਕਰ ਲਈਏ ਤਾਂ ਕਾਂਗੜਾ ਡਲਹੌਜ਼ੀ ਜਿਹੜਾ ਲਗਭਗ ਇੰਨਾ ਹੀ ਪੈ ਜਾਂਦਾ ਜੀ, ਠੀਕ ਹੈ ਜੀ। ਔਰ ਇੱਦਾਂ ਹੀ ਅਗਰ ਗੱਲ ਕਰ ਲਈਏ ਜੰਮੂ ਦੀ JNK ਦੀ ਵੀ, ਉਹ ਵੀ ਇੱਥੋਂ ਲਗਭਗ 100 ਕਿਲੋਮੀਟਰ ਹੈ। ਸੋ ਇਹ ਸੈਂਟਰ ਪੁਆਇੰਟ ਪੈਂਦਾ ਜੀ। ਔਰ ਸਭ ਤੋਂ ਵੱਧ ਟੂਰਿਸਟ ਪਲੇਸ ਜਿਹੜਾ ਆ ਉਹ ਆਪਾਂ ਮੰਨੀਏ ਕਿ ਇਹ ਮੇਨ ਸੈਂਟਰ ਪੁਆਇੰਟ ਆ ਜਾਂਦਾ ਟੂਰਿਸਟ ਵਾਸਤੇ। ਹੁਣ ਗੱਲ ਆ ਜਾਂਦੀ ਹੈ ਜੀ ਕਿ ਦੇਖੋ ਜਿੰਨੀਆਂ ਪ੍ਰਾਈਵੇਟ ਬੱਸਾਂ ਆ ਉਹ ਵੱਧ ਤੋਂ ਵੱਧ ਬੈਨੀਫਿਟ ਲਈ ਜਾਂਦੀਆਂ ਅਤੇ ਸਰਕਾਰ ਕਹਿੰਦੀ ਹੈ ਜੀ ਕਿ ਜਿਹੜਾ ਸਾਡਾ ਟਰਾਂਸਪੋਰਟ ਦਾ ਬੱਸਾਂ ਦਾ ਜਿਹੜਾ ਸਿਸਟਮ ਹੈ ਉਹ ਘਾਟੇ 'ਚ ਜਾ ਰਿਹਾ ਸਾਰਾ ਹੀ। ਸੋ ਘਾਟੇ 'ਚ ਜਾਏ ਕਿਉਂ ਨਾ? ਜਿੱਥੋਂ ਤੱਕ ਮੈਨੂੰ ਤੁਹਾਡੇ ਮਾਧਿਅਮ ਤੋਂ ਪਤਾ ਲੱਗਿਆ ਜੀ ਕਿ ਇਹਨਾਂ ਕੋਲ ਵਾਲਵੋ ਬੱਸਾਂ ਜਿਹੜੀਆਂ ਉਹ ਪਈਆਂ ਜਿਹੜੀਆਂ ਜਿਨ੍ਹਾਂ ਵਾਸਤੇ ਡਰਾਈਵਰ ਹੀ ਹੈ ਨਹੀਂ। ਤੁਸੀਂ ਘੱਟੋ ਘੱਟ ਇਹਨਾਂ ਦੇ ਕਰੋ ਯਾਰ। 3 ਮਹੀਨੇ ਕਹੀ ਜਾਂਦਾ ਜੀ ਸਰਕਾਰ ਨੂੰ, ਅਜੇ 3 ਮਹੀਨੇ ਹੀ ਹੋਇਆ, 3 ਮਹੀਨੇ ਹੀ ਹੋਇਆ। ਸੋ ਘੱਟੋ ਘੱਟ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਬੱਸਾਂ ਪਈਆਂ ਉਹਨਾਂ ਵਾਸਤੇ ਡਰਾਈਵਰ ਹੀ ਭਰਤੀ ਕਰ ਲਓ, ਭਾਵੇਂ ਤੁਸੀਂ ਕੰਟਰੈਕਟ 'ਤੇ ਕਰ ਲਓ, ਬਾਅਦ 'ਚੋਂ ਪੱਕੇ ਕਰ ਲਿਓ। ਬੱਸਾਂ 'ਤੇ ਚਲਾਓ, ਪਬਲਿਕ ਨੂੰ ਸਹੂਲਤ ਦੇ ਦਿਓ ਤਾਂ ਕਿ ਪਬਲਿਕ ਖੱਜਲ ਨਾ ਹੋਏ। ਤੁਸੀਂ ਦੇਖੋ ਕਿ ਚੰਡੀਗੜ੍ਹ ਨੂੰ ਜਿਹੜੀ ਵਾਲਵੋ ਬੱਸ ਜਾਂਦੀ ਹੈ ਉਹ ਪ੍ਰਾਈਵੇਟ ਜਾਂਦੀ ਹੈ, ਸਰਕਾਰੀ ਸਹੂਲਤ ਹੈ ਨਹੀਂ ਪਠਾਨਕੋਟ ਤੋਂ। ਜੇ ਜੰਮੂ ਦੀ ਗੱਲ ਕਰ ਲਈਏ ਤਾਂ ਉਹ ਵੀ ਸਹੂਲਤ ਹੈ ਨਹੀਂ ਵਾਲਵੋ ਬੱਸ ਦੀ। ਫਿਰ ਲਈਆਂ ਕਿਸ ਵਾਸਤੇ ਹੀ? ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ, ਸੋ ਇਹ ਟੂਰਿਸਟ ਪਲੇਸ ਹੈ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ ਕੋਈ ਨਾ ਕੋਈ ਇਨੀਸ਼ੀਏਟਿਵ ਲਵੇ ਇਸ ਮਾਮਲੇ ਦੇ ਵਿੱਚ ਔਰ ਡਰਾਈਵਰ ਭਰਤੀ ਕਰੇ। ਔਰ ਇਹ ਜਿਹੜੀਆਂ ਵਾਲਵੋ ਬੱਸਾਂ ਜੇ ਲਈਆਂ ਤਾਂ ਪਬਲਿਕ ਨੂੰ ਸਹੂਲਤ ਦੇਣੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ। ਔਰ ਸਰਕਾਰ ਨੂੰ ਬੇਨਤੀ ਹੈ ਕਿ ਇਹ ਕੰਮ ਜਲਦੀ ਤੋਂ ਜਲਦੀ ਕਰੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ ਔਰ ਪਬਲਿਕ ਨੂੰ ਵੀ ਇੱਕ ਨਵੀਂ ਚੀਜ਼ ਦਾ ਸਵਾਦ ਮਿਲੇ, ਲੱਗੇ ਕਿ ਸਰਕਾਰੀ ਵਾਲਵੋ ਬੱਸਾਂ ਦੇ ਵਿੱਚ ਵੀ ਆਪਾਂ ਰਾਈਡ ਕਰ ਸਕਦੇ ਹਾਂ। ਔਰ ਇਹ ਕਰ ਵੀ ਸਕਦੇ ਹਾਂ ਜੇ ਸਰਕਾਰ ਚਾਹੇ ਤੇ, ਜੋ ਕਿ ਅਜੇ ਤੱਕ ਸਰਕਾਰ ਨੇ ਕੀਤਾ ਨਹੀਂ। ਸੋ ਮੇਰੇ ਖਿਆਲ 'ਚ ਸਰਕਾਰ ਨੂੰ ਜਲਦ ਤੋਂ ਜਲਦ ਸਟੈਪ ਲੈ ਲੈਣਾ ਚਾਹੀਦਾ ਜੀ। ਸਰ ਦੇਖਿਆਗਾ ਕੀ ਕਹਿਣਾ ਤੁਹਾਡਾ? ਸਰ ਗੱਲ ਤਾਂ ਉਹੀ ਮੈਂ ਤੁਹਾਨੂੰ ਪਹਿਲੇ ਵੀ ਇਹ ਬੇਨਤੀ ਕਰ ਚੁੱਕਿਆ ਹਾਂ ਕਿ ਦੇਖੋ ਉਹ ਕਹਿੰਦੇ ਆ ਨਾ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਖਾਣ ਦੇ ਹੋਰ। ਕਹੀ ਜਾਂਦੇ ਆ ਜੀ, ਸਾਨੂੰ ਤਾਂ ਇੱਕੋ ਹੀ ਗੱਲ ਅਜੇ ਤੱਕ ਸੁਣਨ ਨੂੰ ਮਿਲਦੀ ਪਈ ਹੈ ਕਿ ਵੇਟ ਕਰ ਲਓ, ਸਰਕਾਰ ਨੂੰ ਟਾਈਮ ਕਿੰਨਾ ਕੁ ਹੋਇਆ, ਵੇਟ ਕਰ ਲਓ, ਇੰਤਜ਼ਾਰ ਕਰ ਲਓ, ਸਰਕਾਰ ਨੂੰ ਵਕਤ ਕਿੰਨਾ ਕੁ ਹੋਇਆ, ਸਮਾਂ ਜੇ ਥੋੜ੍ਹਾ ਹੀ ਸਮਾਂ ਹੋਇਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਤਾਂ ਮੈਨੂੰ ਨਹੀਂ ਲੱਗਦਾ ਕਿ 2-3 ਸਾਲ ਚਾਹੀਦੇ ਆ ਸਰਕਾਰ ਨੂੰ। ਕੋਈ ਬਹੁਤ ਵੱਡਾ ਕੋਈ ਸਪੈਸ਼ਲ ਟੈਂਡਰ ਪਾਸ ਕਰਨਾ ਪਏਗਾ ਜਾਂ ਕੋਈ ਸਪੈਸ਼ਲ ਕੋਈ ਇਹਦੇ 'ਚ ਸਕੀਮ ਲਿਆਉਣੀ ਪਏਗੀ। ਸਿੰਪਲ ਜੀ ਗੱਲ ਹੈ, ਜਦੋਂ ਬੱਸਾਂ ਸਰਕਾਰ ਕੋਲ ਅਵੇਲੇਬਲ ਹੈਗੀਆਂ ਤੇ ਡਰਾਈਵਰ ਹੀ ਉਹਨਾਂ ਨੇ ਭਰਤੀ ਕਰਨੇ, ਹੋਰ ਕੀ ਕਰਨਾ ਹੈ। ਰੂਟ ਤੇ ਇਹਨਾਂ ਕੋਲ ਸਾਰੇ ਫਿਕਸ ਨੇ, ਸਿਰਫ ਗੱਲ ਇਹ ਹੈ ਕਿ ਉਹਨਾਂ ਰੂਟਾਂ 'ਤੇ ਬੱਸ ਨੂੰ ਚਲਾਉਣ ਦੀ ਜ਼ਰੂਰਤ ਹੈ, ਠੀਕ ਹੈ ਜੀ। ਸੋ ਮੈਂ ਬੇਨਤੀ ਕਰਾਂਗਾ ਜੀ ਫਿਰ ਤੋਂ ਸਰਕਾਰ ਨੂੰ, ਜੋ ਇਸ ਵੇਲੇ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ, ਕਿ ਜਿਹੜੀਆਂ ਵਾਲਵੋ ਬੱਸਾਂ ਇਹਨਾਂ ਕੋਲ ਹੈਗੀਆਂ, ਤੁਹਾਡੇ ਮਾਧਿਅਮ ਤੋਂ ਜੋ ਮੈਨੂੰ ਪਤਾ ਲੱਗਿਆ, ਉਹ ਬੱਸਾਂ ਜਿਹੜੀਆਂ ਜਲਦ ਤੋਂ ਜਲਦ ਚਲਾਈਆਂ ਜਾਣ, ਸਪੈਸ਼ਲੀ ਪਠਾਨਕੋਟ ਤੋਂ, ਜਿੱਥੇ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ।
मेरे वेले एसी बसा जो मैं 12 तक ट्रांसपोर्ट मिनिस्टर रहा तो पठानकोट तो वाल्वो भी तो एसी बसा भी चंडीगढ़ और पठानकोट के विच अप्लाई करदियां सी। हुण अफसरशाही ने प्राइवेट बस ऑपरेटर नाल मिल के वो सारे रूट परमिट अपने नाम करवा ले। पंजाब रोडवेज़ का बेड़ा गर्क करता, PRTC का बेड़ा गर्क करता और सारे दे सारे रूट प्राइवेट जिहड़े बस ऑपरेटर ने उन्होंने कर दिते गए। जिहड़े फायदे दे रूट सी उन्होंने दी टाइमिंग प्राइवेट बसां ने ले ले। ईवन तुसीं देखो कि बालवो बसां 10 भी पठानकोटों चलना डेली तो उहदे च भी सवारियां खचाखच भरी दियां मिलणगीਆਂ तुहानूं। पर क्योंकि प्राइवेट बस ऑपरेटर को खुश करना है, अपनी पंजाब रोडवेज का भला नहीं सोचना। अफसरशाही ने यही सोचना कि ਜਿਹੜੇ ਵੱਡੇ ਵੱਡੇ ਬੱਸ ਆਪਰੇਟਰ ਨੇ ਉਹਨਾਂ ਦੇ ਢਿੱਡ ਕਿਵੇਂ ਪੂਰੇ ਕਰਨੇ। तो इस करके उन्होंने बस ऑपरेटर ने दे नाल मिल करके बालवो बसां दूजियां ਦੀਆਂ चलाइयां, साडियां नहीं चल ਦਿੱਤੀਆਂ। पंजाब रोडवेज दियां, पैप्सू रोडवेज दियां वो नहीं चल ਦਿੱਤੀਆਂ। और यही गल है, सिर्फ और सिर्फ प्राइवेट बस ऑपरेटर को खुश करने वास्ते, उन्होंने घरदार पूरे करने वास्ते, ਵੱਡੇ ਵੱਡੇ ਘਰਾਣਿਆਂ ਨੂੰ खुश करने वास्ते, राजनीतिक लोगों को फायदा पहुँचाने वास्ते इस तरह ਦੀਆਂ ਬੱਸਾਂ चलाई ਜਾਂਦੀਆਂ। ਜਦੋਂ ਸੀਗਾ पंजाब रोडवेज ਦੇ ਤੇ ਅਸੀਂ ਪੂਰਾ ਇਨਸਾਫ ਕੀਤਾ। ਈਵਨ ਛੋਟੇ ਛੋਟੇ ਜਿਹੜੇ ਰੂਟ ਸੀਗੇ ਜਿੱਥੇ ਬੱਸਾਂ ਕਦੇ ਨਹੀਂ ਚੱਲੀਆਂ ਪਰ ਸਵਾਰੀਆਂ ਬਹੁਤ ਮਿਲਦੀਆਂ ਸੀ, ਅਸੀਂ ਉੱਥੇ ਰੂਟ ਚਲਾਏ। ਹੁਣ ਬੰਗਿਆਲ ਤੋਂ ਚੰਡੀਗੜ੍ਹ ਦਾ ਰੂਟ ਚੱਲਦਾ, ਬੜਾ ਫਾਇਦੇਮੰਦ ਰੂਟ ਸੀਗਾ। ਅਸੀਂ ਇੱਥੋਂ ਬਕਲੋਹ ਤੱਕ ਦੀ ਚਲਾਈ ਸੀਗੀ ਰੂਟ, ਤੋਂ ਬੜਾ ਫਾਇਦੇਮੰਦ ਰੂਟ ਸੀਗਾ, ਚੱਲਦਾ ਸੀਗਾ। ਨਹੀਂ ਚੱਲਦੇ, ਹੁਣ ਚਲਾਣੇ ਬੰਦ ਕਰਤੇ ਕਿਉਂਕਿ ਬੱਸ ਆਪਰੇਟਰ ਨੂੰ ਫਾਇਦਾ ਪਹੁੰਚਾਉਣਾ। ਇੰਨੀ ਗੱਲ ਹੈ ਸਾਰੀ, ਹੋਰ ਤਾਂ ਕੋਈ ਗੱਲ ਹੀ। पार्टी ने जी सब तो बड़ा दुख लग्या कि बई पंजाब रोडवेज ਨੂੰ पैरों से खड़े करता। मेरी पार्टी ਨੂੰ रास नहीं आई गल। मेरी भारतीय जनता पार्टी इस गल से बड़ी दुखी सी कि पंजाब रोडवेज का महकमा अपनी पैरों से क्यों खड़ा करता। मास्टर मोहन लगा कोई हैरान नहीं, तुसी हैरान हो गए। 4000 नवीं बसां असी पातियां 4 सालों दिल्ली एयरपोर्ट तक बसां चलातियां असी वाल्वो उस वेले। पंजाब रोडवेज का घाटा 162 करोड़ रुपये तो लैके 58 करोड़ रुपये तक करा गए। तीसरी गल मैं कहां, सारे देश च सब तो ज़्यादा ट्रांसपोर्ट महकमे नूं अगर कोई इनाम प्राप्त होए उस वेले मेरी टेन्योर च ते पंजाब रोडवेज ते PRTC नूं या पैप्सू रोडवेज नूं होए। अजे तक मेरे को सर्टिफिकेट पे ने। पर पार्टी जिहड़ी है वो इस गल ते सी कि बे मास्टर मोहन लाल बहुत पैसा कमा रहा, धड़ाधड़ लोगों नूं लुट्टी जा रहा। और अज असी बड़ी ईमानदारी ने कहने कि मैं जिन्नी देर तक भावें मैं एजुकेशन च काम किया, भावें ट्रांसपोर्ट च काम किया, भावें फॉरेस्ट च काम किया, ईमानदारी ना काम किया, रवादारी नहीं किते की और लोगों के हित वास्ते कीतियां काम। 24 घंटे में काम करता सी, चलता सी, बसां च खुद बह जाता सीगा। सवारियों को उतार के कदे अपने पल्लों असी कैंपा कोला पिलांदे सी ताकि पंजाब रोडवेज दी बसां च लोगों को बहन को प्रोत्साहन मिले। और बुढ़िया लोगों के लिए असी रिजर्व करती सीटां, अंगहीनां लई रिजर्व करती सीटां, स्टूडेंट लिए रिजर्व करती सीटां उस वेले असी। लेकिन हुण अफड़ा तफड़ी मची पई है, कोई समझ ही नहीं रहा, कोई देख ही नहीं रहा, कोई की कर रहा की नहीं बन रहा, ये सानूं पता नहीं लग रहा। दुख हैगा। दुख सिर्फ इस गल दा है कि भारतीय जनता पार्टी की लीडरशिप नूं मास्टर मोहन लाल दा काम करना पंजाब रोडवेज ते पैप्सू रोडवेज ट्रांसपोर्ट डिपार्टमेंट च रास नहीं आया। उन्होंने बस एक ही चीज़ लभदी सी, पता नहीं किन्ना खा गया मास्टर मोहन लाल भी, किन्ना खा गया, हला मच गई है। और मैं अज बड़े अदब नाल उन्हां लोगों को कहना, अज तुसीं पंजाब रोडवेज का हाल देख लो, मेरे वेले देख लेना। कोई दुनिया के इतिहास 4000 नवीं बसां नहीं पा सकदा सी पातियां, क्योंकि एक कंट्रैक्ट किया पंजाब एंड सिंध बैंक नूं कि 40 लाख रुपया हर महीने तुहानूं देवांगे, तुसीं बसां देई चलो। और वो काम करी जांदे सी। ना वो अज तो मैं अखबार देख रहा, मंत्री अंदर हो गए ने। गल है कि बई ट्रांसपोर्ट महकमा चलाना कोई खाला जी का घर नहीं है। हाई माई आदमी नहीं चला सकते। हुणे राजा बड़िंग बनिया सी ट्रांसपोर्ट मंत्री कांग्रेस के वेले, चन्नी के वेले। अज ही इल्ज़ाम लगे कि नवीं बसां 800 खरीदी सी, जो कितनी कमीशन लीती गई है, तुसीं अंदाज़ा तो लगाओ। कांग्रेस ने जो करप्शन इस पंजाब 2017 तो लैके 22 तक की है, उसका तो कोई अंदाज़ा ही नहीं, हर डिपार्टमेंट की है। और ये जी हुण मौजूदा सरकार आई है, इनू समझ नहीं लग रही कि सरकार चलानी किवें, कोई समझ नहीं लग रही।
ना इन्हों शुरुआत का पता लग रहा ना अंत का पता लग रहा, किधर जाना की करना, ट्रांसपोर्ट डिपार्टमेंट में चलाना कि नहीं चलाना इन्होंने पता ही नहीं है, विजन ही क्लीयर नहीं कर। ये मैं कहना चाहता। रागी होम डेकोर, give your home, offices, interior and exterior walls, ceiling, furniture and door panel an elegant look. Expert in UV PVC wallpapers, partition jali, wood flooring. आपकी काल्पनिक सोच को उतारे आकार में और आकार संवारे आपके घरों, दफ्तरों और किसी भी प्रकार के व्यावसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदरएबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स बेहतर व आधुनिक पसंद के लिए याद रखें। रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11 नियर नोबेल्टी मॉल, Mamoon Road, Pathankot. Contact us on 95400 6113.